ਬਾਈ ਜੀ ਜਿਹੜੀ ਇਹ ਸਾਡੀ ਯਾਤਰਾ ਹੈ, ਪਹਿਲੀ ਗੱਲ ਤਾਂ ਅਸੀਂ ਇੱਥੇ ਖੁਸ਼ੀ ਨਾਲ ਨਹੀਂ ਆਏ, ਅਸੀਂ ਰੋਸ ਲਈ ਆਏ ਆ। ਕਿਸਾਨੀ ਹੈ ਉਹ ਪੂੰਜੀਪਤੀਆਂ ਨੂੰ ਦਿੱਤੀ ਹੈ। ਸੋ ਦੋਸਤੋ ਮੋਹਾਲੀ ਤੋਂ ਪੈਦਲ ਮਾਰਚ ਕਿ ਜੇ ਅਸੀਂ ਪੈਦਲ ਜਾ ਸਕਦੇ ਹਾਂ, ਲੋਕੀ ਆਪਣੀਆਂ ਗੱਡੀਆਂ ਬੱਸਾਂ ਤੇ ਕਿਉਂ ਨਹੀਂ ਆ ਸਕਦੇ? ਬਾਕੀ ਕਿਉਂਕਿ ਗੋਦੀ ਮੀਡੀਆ ਇਹਨਾਂ ਨੂੰ ਹੀ ਦਿਖਾਉਂਦਾ ਹੈ। ਕੋਈ ਭੀਖ ਮੰਗਣ ਨਹੀਂ ਆਏ, ਇਹ ਜਿਹੜੇ ਸਾਡੇ ਹੱਕ ਬਣਦੇ ਨੇ ਉਹੋ ਹੀ ਅਸੀਂ ਆਪਣੇ ਲੈਣ ਆਏ ਆ। ਸੋ ਦੋਸਤੋ ਅਸੀਂ ਖੜੇ ਹਾਂ ਸਿੰਘੂ ਬਾਰਡਰ ਤੇ, ਜੋ ਤੁਸੀਂ ਲਾਈਵ ਸੀਨ ਦੇਖ ਰਹੇ ਹੋ ਇਹ ਸਿੰਘੂ ਬਾਰਡਰ ਤੋਂ ਹੈ। ਸੋ ਇਸ ਕਿਸਾਨ ਸੰਘਰਸ਼ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਜਿਹੜੇ ਆਪਾਂ ਨੂੰ ਵਿਰੋਧ ਕਰਨ ਦੇ ਤਰੀਕੇ ਆ, ਵੱਖ-ਵੱਖ ਸਾਰਿਆਂ ਦੇ ਸ਼ਾਂਤਮਈ ਤਰੀਕੇ ਦੇ ਨਾਲ। ਸੋ ਚੱਲ ਕੇ ਦੂਰੋਂ ਟਰੈਕਟਰਾਂ ਤੇ, ਟਰਾਲੀਆਂ ਤੇ, ਗੱਡੀਆਂ ਤੇ ਕਿਸਾਨ ਆਏ ਨੇ। ਸੋ ਉੱਥੇ ਹੀ ਇੱਕ ਵੱਖਰਾ ਤਰੀਕਾ ਅਪਣਾਉਂਦੇ ਹੋਏ ਕੁਝ ਨੌਜਵਾਨ ਵੀਰ ਸਾਡੇ ਪਹੁੰਚੇ ਨੇ। ਸੋ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ। ਸਭ ਤੋਂ ਪਹਿਲਾਂ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ ਵੀਰੇ, ਕਿੱਥੋਂ ਆਏ ਜੀ? ਮੋਹਾਲੀ ਤੋਂ ਆਏ ਆ ਜੀ, ਅਸੀਂ ਪੈਦਲ ਯਾਤਰਾ ਕਰਕੇ ਜੀ 4 ਤਰੀਕ ਨੂੰ ਚੱਲੇ ਸੀ ਤੇ ਕੱਲ ਅਸੀਂ ਸ਼ਾਮ ਨੂੰ ਇੱਥੇ ਪਹੁੰਚ ਗਏ ਜੀ, 5 ਦਿਨ ਦਾ ਸਫ਼ਰ ਕਰਕੇ। ਸੋ ਦੋਸਤੋ ਮੋਹਾਲੀ ਤੋਂ ਪੈਦਲ ਮਾਰਚ, ਪੈਦਲ ਯਾਤਰਾ ਕੀਤੀ ਸੀਗੀ ਇਸ ਕਿਸਾਨ ਸੰਘਰਸ਼ ਦੇ ਲਈ। ਸੋ ਆਪਾਂ ਅਕਸਰ ਆਮ ਤੌਰ ਦੇ ਉੱਤੇ ਦੇਖਦੇ ਹੈਗੇ ਆ ਕਿ ਬੰਦਾ ਜਦੋਂ ਕਿਸੇ ਧਾਰਮਿਕ ਸਥਲ ਦੇ ਉੱਤੇ ਪੈਦਲ ਯਾਤਰਾ ਕਰਦਾ, ਲੇਕਿਨ ਇਹ ਸ਼ਰਧਾ ਭਾਵਨਾ ਕਿੱਡੀ ਤਕੜੀ ਹੈਗੀ ਆ ਆਪਣੇ ਕਿਸਾਨੀ ਦੇ ਲਈ। ਸੋ ਬਾਈ ਜੀ ਇਹ ਕਿਵੇਂ ਮਨ ਚਾਹੀ ਤੁਹਾਡੇ? ਬਾਈ ਜੀ ਜਿਹੜੀ ਇਹ ਸਾਡੀ ਯਾਤਰਾ ਹੈ, ਪਹਿਲੀ ਗੱਲ ਤਾਂ ਅਸੀਂ ਇੱਥੇ ਖੁਸ਼ੀ ਨਾਲ ਨਹੀਂ ਆਏ, ਅਸੀਂ ਰੋਸ ਲਈ ਆਏ ਆ। ਤੇ ਅਸੀਂ ਆਪਣਾ ਇੱਥੇ ਹੱਕ ਇਹਨਾਂ ਕੋਈ ਭੀਖ ਮੰਗਣ ਨਹੀਂ ਆਏ, ਇਹ ਜਿਹੜੇ ਸਾਡੇ ਹੱਕ ਬਣਦੇ ਨੇ ਉਹੋ ਹੀ ਅਸੀਂ ਆਪਣੇ ਲੈਣ ਆਏ ਆ। ਬਾਕੀ ਜਿਹੜਾ ਸਾਡਾ ਪਲਾਨ ਬਣਿਆ, ਕੋਈ ਅਸੀਂ ਇਹਨੂੰ ਬਹੁਤ ਲੰਮੇ ਟਾਈਮ ਤੋਂ ਪਲਾਨ ਨਹੀਂ ਕੀਤਾ ਸੀ ਕਿ ਤੁਰ ਕੇ ਜਾਣਾ ਕੁਝ ਵੀ ਹੈ। ਇਦਾਂ ਹੀ 4 ਸੱਜਣਾਂ ਨੇ ਅਸੀਂ ਸੋਚਿਆ, ਇੱਕ ਦੂਸਰੇ ਨੂੰ ਪੁੱਛਿਆ ਬਈ ਪੈਦਲ ਚੱਲੀਏ, ਪਹਿਲਾਂ ਤੇ ਇੱਕ ਦੂਜੇ ਵਾਲੇ ਮੂੰਹ ਵੱਲ ਦੇਖਣ ਬਈ ਸੱਚੀ ਪੈਦਲ ਜਾਣਾ। ਜਦੋਂ ਅਸੀਂ ਰਸਤੇ 'ਚੋਂ ਵੀ ਚੱਲ ਪਏ, ਸਾਨੂੰ ਫੋਨ ਆਉਣ ਲੱਗ ਪਏ ਤੇ ਮੈਸੇਜ ਆਉਣ ਲੱਗ ਪਏ ਬਾਈ ਜੀ ਪੈਦਲ ਜਾ ਰਹੇ ਹੋ। ਫਿਰ ਸਾਨੂੰ ਸੋਸ਼ਲ ਮੀਡੀਆ ਨੇ ਕਵਰ ਕੀਤਾ, ਸਾਡੀਆਂ ਫੋਟੋਆਂ ਜਾਣ ਲੱਗ ਪਈਆਂ। ਬਹੁਤ ਸੱਜਣਾਂ ਨੇ ਸਾਨੂੰ ਉਤਸ਼ਾਹ ਵੀ ਦਿੱਤਾ ਰਸਤੇ ਦੇ ਵਿੱਚ, ਤੇ ਲੋਕਾਂ ਨੂੰ ਇਹ ਮੈਸੇਜ ਮਿਲਿਆ ਕਿ ਜੇ ਅਸੀਂ ਪੈਦਲ ਜਾ ਸਕਦੇ ਹਾਂ, ਲੋਕੀ ਆਪਣੀਆਂ ਗੱਡੀਆਂ ਬੱਸਾਂ ਤੇ ਕਿਉਂ ਨਹੀਂ ਆ ਸਕਦੇ। ਬਾਕੀ ਸਰਕਾਰ ਨੂੰ ਅਸੀਂ ਕਹਿ ਦੇਣਾ ਚਾਹੁੰਦੇ ਹਾਂ ਕਿ ਹਜ਼ਾਰਾਂ ਦੀ ਗਿਣਤੀ ਵਿੱਚ, ਸ਼ੁੱਕਰਵਾਰ ਦਾ ਤਾਂ ਮੈਂ ਆਪ ਹੀ ਦੇਖ ਰਿਹਾ, ਸਾਡਾ ਜਿਹੜਾ ਕਾਫਲਾ ਸ਼ੁੱਕਰਵਾਰ ਦਾ ਦੇਖ ਰਿਹਾ ਕਿ ਉੱਥੋਂ ਦੀਆਂ ਟਰਾਲੀਆਂ ਭਰੀਆਂ ਹੀ ਆ ਰਹੀਆਂ ਨੇ, ਟਰੱਕ ਰਾਸ਼ਨ ਦੀ ਤਾਂ ਗੱਲ ਹੀ ਛੱਡ ਦਿਓ। ਤੇ ਬਾਕੀ ਜਿਹੜਾ ਮੋਰਚਾ ਸਾਰੇ ਅਸੀਂ ਇਸ ਤੋਂ ਫਤਿਹ ਕਰਕੇ ਜਾਣਾ, ਇਥੋਂ ਕੋਈ ਪਿੱਛੇ ਹਟਣ ਵਾਲਾ ਨਹੀਂ ਹੈਗਾ। ਜੇ ਸਰਕਾਰ ਨੂੰ ਲੱਗ ਰਿਹਾ ਕਿ ਇਹ ਸਾਨੂੰ ਟਾਈਮ ਪਾ ਕੇ, ਤਰੀਕਾਂ ਪਾ ਕੇ, ਅੱਜ ਨਹੀਂ ਕੱਲ ਨਹੀਂ ਕਿਸਾਨ ਜਥੇਬੰਦੀਆਂ ਨੂੰ ਇਹ ਬੇਵਕੂਫ ਬਣਾ ਲੂਗੀ, ਜਾਂ ਇਹਨਾਂ 'ਚੋਂ ਕੋਈ ਸ਼ਾਇਦ ਅੱਗੇ ਮਿਸਗਾਈਡ ਵੀ ਕਰ ਰਹੇ ਸੀ ਕਿ ਕੁਝ ਕਿਸਾਨ ਜਥੇਬੰਦੀਆਂ ਜਿਹੜੀਆਂ 13 ਨੂੰ ਕੱਲ ਬੁਲਾਇਆ, ਉਹ ਕੋਈ ਇਹਨਾਂ ਦੀ ਇੰਟਰਨਲ ਉਹਨੂੰ ਗਲਤ ਤਰੀਕੇ ਨਾਲ ਦਿਖਾ ਰਹੇ ਸੀ। ਪਰ ਇਦਾਂ ਦੀ ਕੋਈ ਗੱਲ ਨਹੀਂ ਹੈ, ਸਾਰੇ ਜਥੇਬੰਦੀਆਂ ਇਕੱਠੀਆਂ ਨੇ, ਸਾਰੀਆਂ ਸਟੇਟਾਂ ਜਿੱਦਾਂ ਨੇ ਉਦਾਂ ਹੀ ਬਰਕਰਾਰ ਹੈ, ਲੋਕਾਂ 'ਚ ਜੋਸ਼ ਉਦਾਂ ਹੀ ਬਰਕਰਾਰ ਹੈ। ਕੱਲ ਨਾਲੋਂ ਅੱਜ ਵੀ ਰਸ਼ ਇੱਥੇ ਬਹੁਤ ਜ਼ਿਆਦਾ ਹੈ। ਸੋ ਦੋਸਤੋ ਇਹਨਾਂ ਨੇ ਇੱਕ ਵੱਖਰੀ ਹੀ ਮੁਹਿੰਮ ਨੂੰ ਸ਼ੁਰੂ ਕੀਤਾ ਹੈਗਾ, ਇੱਕ ਕਹਿ ਸਕਦੇ ਹਾਂ ਕਿ ਇੱਕ ਵੱਖਰਾ ਜੋਸ਼ ਦਿਖਾਇਆ ਹੈਗਾ ਆਪਣਾ। ਸੋ ਬਾਈ ਜੀ ਨਾਲ, ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ। ਸੋ ਬਾਈ ਜੀ ਤੁਸੀਂ ਵੀ ਮੋਹਾਲੀ ਤੋਂ ਆਏ? ਹਾਂਜੀ, ਅਸੀਂ ਮੋਹਾਲੀ ਤੋਂ ਆਏ ਹਾਂ ਜੀ। ਅਸੀਂ ਸਾਰਿਆਂ ਨੇ ਜਿਵੇਂ ਤੁਹਾਨੂੰ ਇਹਨਾਂ ਨੇ ਦੱਸਿਆ ਸੀ, ਇਕੱਠਿਆ ਪਲਾਨ ਕੀਤਾ ਸੀ। ਜੋ ਇਹ ਕਾਲੇ ਕਾਨੂੰਨ ਬਿੱਲ ਪਾਸ ਕੀਤੇ ਗਏ ਹੈ, ਆਪਾਂ ਸਾਰੇ ਜਾਣਦੇ ਹਾਂ ਕਿ ਇਹ ਬੈਕ ਦਰਵਾਜ਼ੇ ਰਾਹੀਂ ਪਾਸ ਕੀਤੇ ਗਏ ਹੈ। ਨਾ ਇਹਨਾਂ ਦੀ ਪਾਰਲੀਮੈਂਟ ਵਿੱਚ ਕੋਈ ਚਰਚਾ ਹੋਈ, ਨਾ ਇਹਨਾਂ ਦੀ ਰਾਜ ਸਭਾ 'ਚ ਕੋਈ ਚਰਚਾ ਹੋਈ। ਇਹਨਾਂ ਨੇ ਕੋਈ ਕਿਸਾਨਾਂ ਦਾ ਪੱਖ ਨਹੀਂ ਲਿਆ, ਬਿਨਾਂ ਕਿਸੇ ਇਹ ਆਪਣੇ ਹੰਕਾਰ ਦੇ ਵਿੱਚ ਬੈਠੀ ਹੈ ਸਰਕਾਰ, ਕੁੰਭਕਰਨ ਦੀ ਨੀਂਦ ਸੁੱਤੀ ਹੋਈ ਹੈ। ਇਹਨਾਂ ਨੇ ਆਪਦੀ ਮਰਜ਼ੀ ਨਾਲ ਬਿੱਲ ਪਾਸ ਕਰਕੇ ਸਾਡੇ ਤੇ ਸਿਰਫ ਥੋਪ ਦਿੱਤੇ ਹੈ। ਜਿਨ੍ਹਾਂ ਦਾ ਕਿਸਾਨ ਪੜ੍ਹੇ ਲਿਖੇ ਕਿਸਾਨ, ਜਿਨ੍ਹਾਂ ਦੇ ਵਿੱਚ ਵਕੀਲ ਵੀ ਹੈ, ਡਾਕਟਰ ਵੀ ਹੈ, ਇੰਜੀਨੀਅਰ ਵੀ ਹੈ, ਅਕਾਊਂਟੈਂਟ ਵੀ ਹੈ, ਕੋਈ ਕਿਸਾਨ ਬੇਵਕੂਫ ਨਹੀਂ, ਅਨਪੜ੍ਹ ਨਹੀਂ ਹੈ। ਅੱਜ ਦੀ ਡੇਟ ਵਿੱਚ ਸਾਰਾ ਕਿਸਾਨ ਜਾਣਦੇ ਹੈ। ਜਦੋਂ ਉਹਨਾਂ ਨੇ ਇਸ ਬਿੱਲ ਨੂੰ ਪੜ੍ਹਿਆ ਤੇ ਉਹਨਾਂ ਨੂੰ ਪਤਾ ਚੱਲਿਆ ਕਿ MSP ਖਤਮ ਕਰ ਦਿੱਤੀ ਗਈ ਹੈ। ਇਹਨਾਂ ਨੇ ਜਿਹੜਾ ਸਾਡੀ ਕਿਸਾਨੀ ਹੈ ਉਹ ਪੂੰਜੀਪਤੀਆਂ ਨੂੰ ਦਿੱਤੀ ਹੈ। ਇਹ ਜਿਹੜਾ ਧੰਦਾ ਆਰਗੇਨਾਈਜ਼ ਕਰਨ ਲੱਗੇ ਨੇ, ਕਿਉਂਕਿ ਪਹਿਲਾਂ ਕਿਸਾਨ ਸੀ ਆਪਦੀ ਮਰਜ਼ੀ ਨਾਲ ਉਗਾਉਂਦਾ ਸੀ, ਫਿਰ ਇਹ ਸਾਡੀਆਂ ਜ਼ਮੀਨਾਂ ਲੀਜ਼ ਤੇ ਲੈਣਗੇ, ਉਹਨਾਂ ਤੇ ਲੋਨ ਵੀ ਇਹ ਲੈ ਸਕਦੇ ਹੈ। ਅਸੀਂ ਕੇਸ ਨਹੀਂ ਕਰ ਸਕਦੇ ਇਹਨਾਂ ਤੇ। ਸੋ ਇਹਨਾਂ ਨੇ ਸਾਨੂੰ ਇੱਕ ਕਿਸਮ ਵਾਂਗੂ ਗੁਲਾਮ ਬਣਾ ਲਿਆ ਆਪਣਾ। ਅਸੀਂ ਮੋਦੀ ਦੀ ਇਹਦੀ ਮਾਨਸਿਕਤਾ ਸਮਝੋ, ਇਹਨੇ ਅੱਜ ਤੱਕ ਜਿੰਨੇ ਵੀ ਫੈਸਲੇ ਲਏ ਹੈ, ਕੋਈ ਫੈਸਲਾ ਕਿਸੇ ਬੰਦੇ ਦੇ ਦੇਸ਼ ਦੇ ਪਬਲਿਕ ਦੇ ਹੱਕ ਵਿੱਚ ਨਹੀਂ ਹੈ। ਇਹਨਾਂ ਨੇ ਡੀਮੋਨੇਟਾਈਜੇਸ਼ਨ ਕੀਤੀ, ਸਾਰਾ ਦੇਸ਼ ਸੜਕਾਂ ਤੇ ਆ ਗਿਆ। ਫਿਰ ਇਹਨਾਂ ਨੇ GST ਲਾਗੂ ਕੀਤਾ, ਬਿਜ਼ਨਸ ਦਾ ਪੱਠਾ ਬਹਿ ਗਿਆ। ਧਾਰਾ 370, ਉਹਦੇ ਨਾਲ ਸਾਡੇ ਦੇਸ਼ ਦਾ ਕੋਈ ਫਾਇਦਾ ਨਹੀਂ ਹੋਇਆ। ਇਹ ਬਿਲਕੁਲ ਪ੍ਰੋਪਗੈਂਡੇ ਕਰਦਾ ਹੈ, ਕਿਉਂਕਿ ਗੋਦੀ ਮੀਡੀਆ ਇਹਨਾਂ ਨੂੰ ਹੀ ਦਿਖਾਉਂਦਾ ਹੈ। ਇਹ ਜਿਹੜਾ ਬਿੱਲ ਹੈ, ਕੋਈ ਵੀ ਅਨਪੜ੍ਹ ਬੰਦਾ ਵੀ ਇਹ ਕਹਿ ਸਕਦਾ, ਪੜ੍ਹੇ ਲਿਖੇ ਤਾਂ ਕਹਿ ਹੀ ਰਹੇ ਨੇ, ਇਹਦੇ ਨਾਲ ਸਾਡੀ ਕਿਸਾਨੀ ਦੀ ਰੂਹ ਮਰੂਗੀ। ਕਿਉਂਕਿ ਸਾਡਾ ਖੇਤੀ ਪ੍ਰਧਾਨ ਦੇਸ਼ ਹੈ। ਖੇਤੀ ਪ੍ਰਧਾਨ ਦੇਸ਼ ਦੇ ਵਿੱਚ ਅਗਰ ਕਿਸਾਨੀ ਤੇ ਇਹਨੇ ਇਦਾਂ ਦਾ ਜਿਹੜਾ ਕਾਨੂੰਨ ਥੋਪ ਦਿੱਤਾ ਤਾਂ ਆਉਣ ਵਾਲਾ ਸਮਾਂ ਸਾਨੂੰ ਕਦੇ ਮਾਫ ਨਹੀਂ ਕਰੇਗਾ। ਸਾਨੂੰ ਖੜੇ ਹੋਣਾ ਪੈਣਾ ਹੈ, ਸਾਨੂੰ ਲਾਮਬੰਦ ਹੋਣਾ ਪੈਣਾ ਹੈ, ਸਾਨੂੰ ਜਥੇਬੰਦੀਆਂ ਦਾ ਸਾਥ ਦੇਣਾ ਪੈਣਾ ਹੈ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਬੱਚੇ
ਜਿਵੇਂ ਪਿੰਜਰੇ ਵਿੱਚ ਪੰਛੀ ਤੜਪ ਤੜਪ ਕੇ ਮਰਦਾ ਹੈ, ਆਉਣ ਵਾਲੇ ਸਾਡੀਆਂ ਨਸਲਾਂ ਨੇ ਤੜਪ ਤੜਪ ਕੇ ਮਰਨਾ ਹੈ। ਉਹ ਇਹ ਜਿਹੜੀਆਂ ਮੈਂ ਅਪੀਲ ਕਰ ਰਿਹਾ, ਹੁਣ ਘਰਾਂ 'ਚ ਨਾ ਬੈਠਣ ਸਾਡੇ ਦੇਸ਼ ਵਾਸੀ, ਘਰਾਂ 'ਚ ਨਿਕਲੋ। ਹੁਣ ਹਫਤੇ 10 ਦਿਨ ਮਹੀਨੇ ਦੀ ਅਖਿਆਈ ਹੈ, ਸਾਰੀ ਉਮਰ ਦਾ ਸੁੱਖ ਹੈ, ਕਿਉਂਕਿ ਇਹਨੇ ਇੱਥੇ ਨਹੀਂ ਖੜਨਾ। ਜੇ ਅੱਜ ਅਸੀਂ ਇਹਦਾ ਬਿੱਲ ਪਾੜ ਕੇ ਕੂੜੇਦਾਨ 'ਚ ਨਾ ਸਿੱਟਿਆ ਤਾਂ ਇਹ ਦਿਨ ਦੂਰ ਨਹੀਂ ਜਦੋਂ ਇਹਦੇ ਵਿੱਚ ਹਰੇਕ ਵਰਗ ਨੂੰ ਇਹਨਾਂ ਦੇ ਲਪੇਟੇ 'ਚ ਲੈ ਕੇ ਸਾਰੇ ਦੇਸ਼ ਦੇ ਵਿੱਚ ਆਪਦਾ ਰਾਜ ਚਲਾਉਣਾ ਹੈ। ਇਹਨੂੰ ਬੇਸਿਕਲੀ ਸਾਨੂੰ ਇਹ ਗੁਲਾਮ ਕਰਨਾ ਚਾਹੁੰਦਾ ਹੈ। ਸੋ ਜਿਵੇਂ ਇਹ ਆਖਿਆ ਜਾਂਦਾ ਬਾਈ ਜੀ ਵੀ ਇਹ ਜਿੱਦੀ ਸਰਕਾਰ ਹੈਗੀ ਹੈ ਇੱਕ, ਕਿ ਤੁਹਾਨੂੰ ਲੱਗਦਾ ਨਹੀਂ ਕਿ ਵੀ ਜਿਹੜਾ ਇਹ ਡਿਲੇ ਕਰ ਰਹੀ ਹੈਗੀ ਹੈ, ਰੋਜ਼ ਨਵੀਆਂ ਜਿਹੜੀਆਂ ਇੱਕ ਬਹਾਨੇਬਾਜ਼ੀਆਂ ਦੇ ਨਾਲ ਅੱਗੇ ਲੈ ਜਾ ਰਹੀ ਹੈ, ਵੀ ਕਿਤੇ ਨਾ ਕਿਤੇ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈਗੀ ਹੈ? ਜੀ ਸੰਘਰਸ਼ ਗੁਰੂਆਂ ਦੇ ਨਾਂ ਤੇ ਸ਼ੁਰੂ ਹੋਇਆ ਹੈ, ਇਹਨੂੰ ਸਾਡੇ ਗੁਰੂ ਅਗਵਾਈ ਕਰ ਰਹੇ ਨੇ। ਆਹ ਤੁਹਾਡੇ ਸਾਹਮਣੇ ਖਾਲਸਾ ਸਾਡੇ ਰਾਜ ਦੇ ਨਿਹੰਗ ਸਿੰਘ ਬੈਠੇ ਨੇ, ਇਹਦੇ ਵਿੱਚ ਕੋਈ ਹਾਰਨ ਵਾਲੀ ਤਾਂ ਗੱਲ ਭੁੱਲ ਜੇ। ਮੋਦੀ ਨੇ ਗਲਤ ਪੰਗਾ ਲੈ ਲਿਆ, ਕਿਉਂਕਿ ਇਹ ਜਿਹੜਾ ਅੰਦੋਲਨ ਹੈ ਪੰਜਾਬ ਇਕੱਲੇ ਦਾ ਨਹੀਂ, ਹਰਿਆਣਾ ਨਾਲ ਹੈ, ਪੂਰਾ ਦੇਸ਼ ਸਾਡੇ ਨਾਲ ਹੈ। ਵਰਲਡ ਦਾ ਜਿਹੜਾ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਣ ਵਾਲਾ ਮੀਡੀਆ ਸਾਡੇ ਨਾਲ ਹੈ। ਅਮਰੀਕਾ ਦੇ ਵਿੱਚ ਚਰਚਾ ਪਾਰਲੀਮੈਂਟ 'ਚ ਹੋਈ, ਟਰੂਡੋ ਨੇ ਬਿਆਨ ਦਿੱਤਾ, ਯੂਐਨਓ ਨੇ ਬਿਆਨ ਦਿੱਤਾ। ਸਾਡੇ ਇਸ ਆਰਗੇਨਾਈਜ਼ਡ ਜਿਹੜਾ ਇਹ ਐਜੀਟੇਸ਼ਨ ਹੋ ਰਿਹਾ ਹੈ, ਇਹ ਇੰਨਾ ਵਧੀਆ ਆਰਗੇਨਾਈਜ਼ਡ ਕੀਤਾ ਗਿਆ ਹੈ ਕਿ ਇਹਦੇ ਤੋਂ ਲੋਕ ਇਨਸਪਾਇਰਡ ਹੋ ਰਹੇ ਨੇ ਕਿ ਲੋਕ ਸਾਡੇ ਦੇਸ਼ ਦੇ ਕਿੰਨੇ ਚੰਗੇ ਨੇ, ਜਿਨ੍ਹਾਂ ਨੇ ਇੱਥੇ ਲੱਖਾਂ ਦੀ ਤਾਦਾਦ ਵਿੱਚ ਨੇ ਤੇ ਕਿਤੇ ਸਿੰਗਲ ਜਗ੍ਹਾ ਵੀ ਹੁੱਲੜਬਾਜ਼ੀ ਨਹੀਂ ਕੀਤੀ। ਇਹ ਲੋਕ ਸ਼ਾਂਤੀ ਚਾਹੁੰਦੇ ਨੇ, ਇਹ ਆਪਦੇ ਹੱਕ ਚਾਹੁੰਦੇ ਨੇ। ਮੋਦੀ ਸਾਹਿਬ ਸਾਡੀ ਚੇਤਾਵਨੀ ਸੁਣ ਲਓ, ਸਾਡੇ ਬਜ਼ੁਰਗਾਂ ਨੇ 6 ਮਹੀਨੇ ਕਹੇ ਹੈ, ਪਰ ਸਾਨੂੰ 6 ਸਾਲ ਵੀ ਪੈਣਾ ਪੈ ਗਿਆ, ਅਸੀਂ ਬੈਠਾਂਗੇ। ਆਪਦੇ ਹੱਕ ਲਏ ਬਿਨਾਂ ਅਸੀਂ ਪੰਜਾਬ ਨਹੀਂ ਮੁੜਨਾ। ਇਹ ਸਾਡੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ, ਕਿਉਂਕਿ ਕਿਸਾਨ ਨਹੀਂ ਚਾਹੁੰਦਾ ਕੋਈ ਉਹ ਵਾਇਲੇਸ਼ਨ ਕਰੇ, ਪਰ ਜੇ ਤੁਸੀਂ ਆਪਦੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਅਸੀਂ ਜੋ ਵੀ ਅਸੀਂ ਆਪਦਾ ਜ਼ੋਰ ਲੱਗਿਆ ਅਸੀਂ ਲਾਵਾਂਗੇ। ਸੋ ਦੋਸਤੋ ਤੁਸੀਂ ਸੁਣਿਆ ਵਿਚਾਰ ਕੇ ਕਿਤੇ ਨਾ ਕਿਤੇ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈਗੀ ਹੈ ਇਸ ਸੰਘਰਸ਼ ਨੂੰ, ਅਤੇ ਕਿਤੇ ਨਾ ਕਿਤੇ ਕਮਜ਼ੋਰ ਕੜੀ ਲੱਭ ਰਹੇ ਨੇ। ਸੋ ਬਾਈ ਜੀ ਤੁਸੀਂ ਵੀ ਨਾਲ ਹੀ ਆਏ ਹੋ, 4 ਜਣੇ ਆਏ ਹੋ ਬਾਈ ਜੀ? ਅੱਛਾ 5-6 ਜਣੇ ਆਏ ਹੋ। ਸੋ ਯੂਥ ਹੈ ਸਾਡਾ, ਸੋ ਇਹਨਾਂ ਦੇ ਵਿਚਾਰ ਵੀ ਜ਼ਰੂਰ ਲਵਾਂਗੇ। ਤੁਹਾਡਾ ਕੀ ਕਹਿਣਾ ਵੀਰੇ? ਸਾਡਾ ਇਹ ਕਹਿਣਾ ਕਿ ਧੱਕਾ ਤਾਂ ਇਹ ਸਰਕਾਰ ਜਦੋਂ ਤੋਂ ਬਣੀ ਹੈ ਉਦੋਂ ਤੋਂ ਇਹਨਾਂ ਨੇ ਸ਼ੁਰੂ ਕੀਤਾ ਹੋਇਆ ਸੀ, ਪਰ ਹੁਣ ਹੌਲੀ ਹੌਲੀ ਸਟੈਪ ਬਾਏ ਸਟੈਪ ਚੱਲਦੇ ਉਹ ਵੇਖਦੇ ਸੀ ਲੋਕਾਂ ਨੂੰ ਕਿ ਲੋਕ ਬੋਲਦੇ ਆ ਕਿ ਨਹੀਂ, ਕਿ ਅਸੀਂ ਜਿਹੜਾ ਝੂਠ ਬੋਲਦੇ ਆ, ਜਿਹੜਾ ਜ਼ੁਲਮ ਕਰਦੇ ਆ ਉਹਦੇ ਵਿਰੁੱਧ ਬੋਲਦੇ ਆ ਕਿ ਨਹੀਂ। ਪਰ ਹੁਣ ਲੋਕਾਂ ਨੂੰ ਲੱਗਿਆ ਕਿ ਬਹੁਤ ਹੋ ਗਿਆ, ਹੁਣ ਬੱਸ ਕਰੋ, ਇੰਨਾ ਜ਼ੁਲਮ ਚੰਗਾ ਨਹੀਂ ਹੁੰਦਾ। ਤੇ ਲੋਕੀ ਜਿਹੜੇ ਤਾਂ ਹੀ ਇਕੱਠੇ ਹੋਏ ਨੇ ਕਿ ਲੋਕਾਂ ਨੂੰ ਲੱਗਦਾ ਕਿ ਯਾਰ ਹੁਣ ਜੇ ਇੱਥੇ ਵੀ ਨਾ ਖੜੇ ਤੇ ਆਪਦਾ ਹੱਕ ਅਸੀਂ ਨਾ ਲਿਆ ਤਾਂ ਫਿਰ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਊਗਾ। ਤੁਸੀਂ ਇੱਕ ਚੀਜ਼ ਦੇਖਿਓ ਕਿ ਆਪਣਾ ਤਿਉਹਾਰ ਵਿਸਾਖੀ ਜੁੜਾ ਹੋਇਆ ਖੇਤੀ ਨਾਲ, ਤੇ ਜੇ ਜ਼ਿਮੀਂਦਾਰਾਂ ਕੋਲੇ ਆਪਣੇ ਕੋਲੇ ਆਪਣੀ ਜ਼ਮੀਨ ਨਾ ਰਹੀ, ਖੇਤੀ ਨਾ ਕਰਾਂਗੇ, ਜੇ ਵਾਢੀਆਂ ਕਰਨਾ ਅੰਬਾਨੀ ਅਡਾਨੀ ਆਪ ਕਰਨਗੇ ਤਾਂ ਸਾਡਾ ਤਿਉਹਾਰ ਕੌਣ ਮਨਾਊਗਾ? ਉਹਦਾ ਕੋਈ ਮਕਸਦ ਨਹੀਂ ਰਹਿ ਜਾਣਾ। ਆਪਣੇ ਦਿਮਾਗਾਂ ਦੇ ਵਿੱਚ ਜਿਹੜਾ ਉਹਦਾ ਮੀਨਿੰਗ ਹੈ, ਜਿਹੜਾ ਉਹਦਾ ਪਰਪਸ ਹੈ, ਉਹ ਕਿਸੇ ਵਜ੍ਹਾ ਕਰਕੇ ਹੈ। ਉਹ ਖੁਸ਼ੀਆਂ ਵੀ ਜਾਣਗੀਆਂ, ਸਾਡਾ ਧਰਮ ਵੀ ਗਿਆ, ਤੇ ਸਾਡਾ ਜਿਹੜਾ ਕਲਚਰ ਸੱਭਿਆਚਾਰ ਜੁੜਿਆ ਉਹ ਵੀ ਖੇਤਾਂ ਨਾਲ। ਆਲਮੋਸਟ 90% ਖੇਤ ਤੋਂ ਬਣਦਾ ਆਪਣਾ ਸੱਭਿਆਚਾਰ, ਤੇ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋਊਗਾ। ਇਹ ਆਪਣੇ ਵੇ ਆਫ ਲਾਈਫ ਤੇ ਮੇਰੇ ਖਿਆਲ 'ਚ ਖਤਰਾ ਹੈ ਬਹੁਤ ਜ਼ਿਆਦਾ। ਇਕਨੋਮਿਕਲੀ ਤਾਂ ਹੈ ਹੀ ਹੈ, ਪਰ ਵੇ ਆਫ ਲਾਈਫ ਨੂੰ ਬਹੁਤ ਜ਼ਿਆਦਾ ਖਤਰਾ ਹੈ। ਇਸ ਲਈ ਡਰਦਾ ਹਰੇਕ ਨੂੰ, ਤੇ ਕੋਈ ਨਹੀਂ ਚਾਹੁੰਦਾ ਕਿ ਇਹ ਧੱਕਾ ਇਹਨਾਂ ਦਾ ਜਾਰੀ ਰਹੇ। ਤੇ ਹੁਣ ਸਰਕਾਰ ਮੋਦੀ 2024 ਤੱਕ ਮੈਨੂੰ ਨਹੀਂ ਲੱਗਦਾ ਕਿ ਟਿਕੂਗੀ। ਮੇਰੇ ਖਿਆਲ 'ਚ ਜੇ ਇਦਾਂ ਹੀ ਕਰਦੇ ਰਹੇ ਤਾਂ ਹਰ ਇੱਕ ਐਮਪੀ ਚਾਹੂਗਾ ਕਿ ਉਹ ਉਹਨੇ ਲੋਕਾਂ ਦੇ ਵਿੱਚ ਵਿਚਰਨਾ ਹੈ, ਉਹਦਾ ਨੁਕਸਾਨ ਨਾ ਹੋਵੇ, ਕਿਉਂਕਿ ਸਾਰੀ ਵਾਹਵਾਹੀ ਬੀਜੇਪੀ ਦੇ ਪੱਲੇ ਨਹੀਂ ਗਈ ਸੀ, ਉਹ ਮੋਦੀ ਦੇ ਪੱਲੇ ਗਈ ਸੀ। ਤੇ ਹੁਣ ਗਾਲਾਂ ਵੀ ਫਿਰ ਮੋਦੀ ਨੂੰ ਹੀ ਪੈਣਗੀਆਂ, ਬੀਜੇਪੀ ਨੂੰ ਪੈ ਰਹੀਆਂ। ਲੋਕੀ ਨਾਅਰੇ ਲਾ ਰਹੇ ਨੇ ਮੋਦੀ ਮਰ ਗਿਆ, ਮੋਦੀ ਐ ਹੋ ਗਿਆ। ਉਹ ਮੋਦੀ ਨੇ ਜੇ ਵਾਹਵਾਹੀ ਵੀ ਲਈ ਹੈ ਤਾਂ ਉਹਨੂੰ ਫਿਰ ਹੁਣ ਆ ਵੀ ਸਹਿਣਾ ਪੈਣਾ। ਸੋ ਬਹੁਤ ਵਧੀਆ ਗੱਲ ਦੱਸੀ ਸਾਡੇ ਬਾਈ ਨੇ ਕਿ ਕਿਸੇ ਮੋੜਕੇ ਤਰੀਕੇ ਦੇ ਨਾਲ ਨਾ ਇੱਕ ਕਲਚਰ ਦੇ ਉੱਤੇ, ਸਾਡੇ ਸੱਭਿਆਚਾਰ ਦੇ ਉੱਤੇ ਅਟੈਕ ਕੀਤਾ ਜਾ ਰਿਹਾ ਹੈ। ਬਾਈ ਜੀ ਤੁਹਾਨੂੰ ਪੁੱਛੂਗਾ ਮੈਂ ਕਿ ਤੁਹਾਨੂੰ ਲੱਗਦਾ ਹੈ ਨਾ ਕਿ ਵੀ ਜਿਹੜਾ ਯੂਥ ਹੈ ਬਹੁਤ ਹੀ ਕੰਟਰੋਲ 'ਚ ਚੱਲਿਆ, ਬਜ਼ੁਰਗਾਂ ਦੀ ਬਹੁਤ ਹੀ ਕਹਿਣੇ 'ਚ ਚੱਲਿਆ ਹੈਗਾ, ਤੁਹਾਨੂੰ ਵੀ ਲੱਗਦਾ? ਹਾਂਜੀ ਵੀਰ ਜੀ, ਜਿਹੜਾ ਵੀ ਇੱਥੇ ਯੂਥ ਹੈ, ਕਿਉਂਕਿ ਜਿਹੜੀ ਮੇਜਰ ਪੋਪੂਲੇਸ਼ਨ ਹੈ ਇਸ ਦੇਸ਼ ਦੀ ਉਹ ਯੂਥ ਦੀ ਹੈ। ਯੂਥ ਇੱਕ ਐਸੀ ਚੀਜ਼ ਹੈ ਜੋ ਕਦੀ ਵੀ ਜੇ ਜਾਗ ਜਾਵੇ ਤਾਂ ਤਖਤਾ ਪਲਟ ਕਰ ਸਕਦਾ ਹੈ। ਤਾਂ ਕਰਕੇ ਸਾਡਾ ਇੱਥੇ ਚੱਲਣ ਦਾ ਮੋਰਚਾ ਵੀ ਸਾਡਾ ਆਹੀ ਸੀਗਾ, ਸਾਡੇ ਦਿਮਾਗ ਦੇ ਵਿੱਚ ਆਹੀ ਸੋਚ ਸੀਗੀ ਵੀ ਜੇ ਅਸੀਂ ਅੱਜ ਤੁਰ ਕੇ ਜਾ ਸਕਦੇ ਹਾਂ ਤਾਂ ਜਿਹੜੇ ਯੁਵਾ ਪੀੜ੍ਹੀ ਅੱਜ ਘਰਾਂ ਦੇ ਵਿੱਚ ਬੈਠੀ ਹੈ ਉਹ ਜਾਗਣਗੇ, ਉਹ ਆਦੇ ਗੱਡੀਆਂ ਦੇ ਮੋਟਰਸਾਈਕਲਾਂ ਤੇ ਪਹੁੰਚਣ, ਪਰ ਇਹ ਸੰਘਰਸ਼ ਦਾ ਇੱਕ ਹਿੱਸਾ ਬਣਨ। ਕਿਉਂਕਿ ਜੇ ਅਸੀਂ ਅੱਜ ਨਾ ਉੱਠੇ ਤਾਂ ਅਸੀਂ ਅੱਜ ਤੋਂ ਬਾਅਦ ਕਦੀ ਚੈਨ ਦੀ ਨੀਂਦ ਨਹੀਂ ਸੌਂ ਸਕਦੇ। ਸੋ ਬਹੁਤ ਹੀ ਵਧੀਆ ਗੱਲ ਕਹੀ ਹੈ। 2-4 ਗੱਲਾਂ ਜਿਹੜੀਆਂ ਮੇਨ ਕੀਤੀਆਂ ਸੀ ਕਿ ਸਰਕਾਰ ਤੁਸੀਂ ਦੇਖ ਰਹੇ ਹੋ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਵਿਰੋਧ ਕੀਤਾ ਜਾ ਰਿਹਾ ਹੈਗਾ, ਪੈਦਲ ਮਾਰਚ ਕੀਤਾ ਹੈਗਾ ਮੋਹਾਲੀ ਤੋਂ ਦਿੱਲੀ ਤੱਕ ਦਾ। ਇੱਕ ਬਹੁਤ ਵੱਡਾ ਸਫ਼ਰ ਹੋ ਜਾਂਦਾ ਹੈ, ਲੇਕਿਨ ਜਦੋਂ ਜੋਸ਼ ਹੋਵੇ, ਮਨ ਵਿੱਚ ਉਮੰਗ ਹੋਵੇ, ਹੌਸਲੇ ਹੋਣ ਤਾਂ ਕੋਈ ਵੀ ਸਫ਼ਰ
ਲੰਬਾ ਨਹੀਂ ਹੁੰਦਾ। ਸੋ ਇਹਨਾਂ ਦਾ ਵਾਰੀ-ਵਾਰੀ ਇਹੀ ਕਹਿਣਾ ਹੈ ਕਿ ਸਾਡੇ ਕਲਚਰ ਦੇ ਉੱਤੇ, ਸਾਡੇ ਸੱਭਿਆਚਾਰ ਦੇ ਉੱਤੇ ਅਟੈਕ ਹੋ ਰਿਹਾ ਹੈਗਾ, ਕਿਉਂਕਿ ਖੇਤੀ ਦੇ ਨਾਲ ਹੀ ਬਹੁਤ ਸਾਰੇ ਆਪਣੇ ਭਾਰਤ ਦੇ ਤਿਉਹਾਰ, ਬਹੁਤ ਸਾਰੇ ਤਿਉਹਾਰ ਹੈ ਜਿਹੜੇ ਖੇਤੀ ਦੇ ਨਾਲ ਜੁੜੇ ਹੋਏ ਨੇ। ਸੋ ਬਹੁਤ ਸੋਹਣੇ ਵਿਚਾਰ ਦਿੱਤੇ। ਸੋ ਇੱਕ ਵੱਖਰੀ ਮੁਹਿੰਮ ਨੂੰ ਜਨਮ ਦਿੱਤਾ ਕਿ ਪੈਦਲ ਮਾਰਚ ਕਰਦੇ ਹੋਏ ਇੱਥੋਂ ਤੱਕ ਪਹੁੰਚੇ। ਸੋ ਦੋਸਤੋ, ਮਿਲਦੇ ਆ ਇੱਕ ਹੋਰ ਲਾਈਵ ਦੇ ਉੱਤੇ। ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਫੋਲੋ ਜ਼ਰੂਰ ਕਰਿਓ। ਸੋ ਧੰਨਵਾਦ।